ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਹਰ ਰੋਜ਼ ਦੀ ਤਰ੍ਹਾਂ ਸਾਰੇ ਇੱਕ ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ ਤੇ ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਨੂੰ। ਕੱਲ ਵਿਚਾਰ ਰਹੇ ਸੀ ਜਿੱਥੇ ਆਪਾਂ ਸਮਾਪਤੀ ਕੀਤੀ ਵਿਚਾਰ ਦੀ। ਕਰ ਕਿਰਪਾ ਪ੍ਰਭ ਕੀਨੋ ਆਪਣਾ, ਨਾਨਕ ਜਾਪ ਜਪੇ ਹਰ ਜਪਣਾ। ਕਿ ਜਿਸ ਨੂੰ ਮਾਲਕ ਕਿਰਪਾ ਕਰਕੇ ਆਪਣਾ ਬਣਾ ਲੈਂਦਾ ਹੈ, ਉਸ ਦੁਆਰਾ ਫਿਰ ਆਪਣਾ ਗਿਆਨ ਦਿੰਦਾ ਹੈ, ਆਪਣਾ ਜਿਹੜਾ ਜਾਪ ਹੈ, ਕਿਉਂਕਿ ਆਪ ਜਪਾਉਂਦਾ ਹੈ। ਆਪ ਆਪਣੇ ਜਨਾਂ ਦੀ ਰਸਨਾ ਤੋਂ ਬੋਲਦਾ ਹੈ, ਪਰ ਕਿਹਨਾਂ ਦੀ? ਜਿਨ੍ਹਾਂ ਨੂੰ ਕਿਰਪਾ ਕਰਕੇ ਆਪਣਾ ਬਣਾ ਲੈਂਦਾ ਹੈ। ਫਿਰ ਉੱਥੇ ਹਰੀ ਦਾ ਜਾਪਣਾ ਹੁੰਦਾ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹਾਉ ਪੰਕਤੀਆਂ ਨੇ। ਭੈ ਭੰਜਨ ਪ੍ਰਭ ਮਨ ਨਾ ਬਸਾਹੀ, ਡਰਪਤ ਡਰਪਤ ਜਨਮ ਬਹੁਤ ਜਾਹੀ। ਜਿਹੜਾ ਇਹ ਜਨਮ ਹੈ ਆਪਾਂ ਨੂੰ ਮਿਲਿਆ ਹੈ, ਮਨੁੱਖਾ ਜਨਮ, ਇਹ ਮਿਲਿਆ ਹੈ ਗੋਬਿੰਦ ਨੂੰ ਮਿਲਣ ਦੇ ਵਾਸਤੇ। ਪਰ ਇੱਥੇ ਸਾਨੂੰ ਸਮਝਾ ਰਹੇ ਨੇ ਗੁਰਮੁਖ ਕਿ ਅਸੀਂ ਵੀ ਦੇਖਿਆ ਕਿ ਜਿਸ ਕਾਰਜ ਨੂੰ ਆਏ, ਜਿਹੜਾ ਸਾਡੇ ਭੈ ਦਾ ਨਾਸ਼ ਕਰਨ ਵਾਲਾ ਹੈ, ਭੈ ਭੰਜਨ ਹੈ, ਪ੍ਰਭੂ ਹੈ, ਉਹ ਹਲੇ ਮਨ ਦੇ ਵਿੱਚ ਨਹੀਂ ਵਸਾਇਆ। ਕਿਉਂਕਿ ਉਸ ਨੂੰ ਮਨ ਦੇ ਵਿੱਚ ਵਸਾਉਣਾ ਹੈ, ਮੁਕਤੀ ਮਿਲਣੀ ਹੈ ਜਦੋਂ ਮਨ ਦੇ ਵਿੱਚ ਵਸੇਗਾ। ਤੇ ਫਿਰ ਦੱਸਦੇ ਕਿ ਹਾਲੇ ਤੱਕ ਉਹ ਵਸਾਇਆ ਨਹੀਂ, ਤੇ ਹੁਣ ਬੜਾ ਡਰ ਲੱਗਦਾ ਹੈ। ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਜਨਮ ਆਪਾਂ ਇੱਦਾਂ ਹੀ ਗਵਾ ਚੁੱਕੇ ਹਾਂ ਕਿ ਉਸ ਪ੍ਰਭੂ ਨੂੰ ਮਨ 'ਚ ਨਹੀਂ ਵਸਾਇਆ। ਜਾਂ ਇਹ ਕਹਿ ਲਈਏ ਕਿ ਉਹ ਦੱਸਦੇ ਨੇ ਕਿ ਪਹਿਲਾਂ ਵੀ ਮੈਂ ਬਹੁਤ ਸਾਰੇ ਜਨਮ ਗਵਾ ਚੁੱਕਿਆ ਹਾਂ, ਹੁਣ ਫਿਰ ਡਰ ਲੱਗਦਾ ਹੈ। ਡਰਦੇ ਡਰਦੇ ਇਹ ਜਨਮ ਫਿਰ ਬੀਤਦਾ ਜਾ ਰਿਹਾ ਹੈ। ਕਿਉਂਕਿ ਉਸ ਮਾਲਕ ਨੂੰ ਜਿਹਨੇ ਸਾਡਾ ਡਰ ਖਤਮ ਕਰਨਾ ਸੀ, ਭੈ ਦਾ ਨਾਸ਼ ਕਰਨਾ ਸੀ, ਉਸ ਨੂੰ ਮਨ ਦੇ ਵਿੱਚ ਵਸਾਇਆ ਨਹੀਂ ਹੈ, ਜਾਂ ਮਨ ਦੇ ਵਿੱਚ ਵਸਿਆ ਨਹੀਂ ਹੈ। ਇਹ ਉਹਦੇ ਮਨ ਦੇ ਵਿੱਚ ਇਹ ਡਰ ਪੈਦਾ ਹੋਇਆ। ਫਿਰ ਉਸ ਨੂੰ ਪਤਾ ਚੱਲਿਆ ਕਿ ਕਿਵੇਂ ਉਸ ਨੂੰ ਮਨ ਦੇ ਵਿੱਚ ਵਸਾਉਣਾ ਹੈ। ਉਸ ਨੂੰ ਗਿਆਨ ਮਿਲਿਆ, ਗਿਆਨ ਦਿੱਤਾ ਕਿ ਪਉ ਸਰਨਾਈ ਜਿਨ ਹਰ ਜਾਤੇ। ਜੇ ਤੁਸੀਂ ਚਾਹੁੰਦੇ ਹੋ ਕਿ ਉਸ ਨੂੰ ਮਨ ਦੇ ਵਿੱਚ ਵਸਾਉਣਾ ਹੈ, ਜਿਸ ਕਾਰਜ ਵਾਸਤੇ ਜਨਮ ਲਿਆ ਉਸ ਕਾਰਜ ਨੂੰ ਪੂਰਾ ਕਰਨਾ ਹੈ, ਵੀ ਫਿਰ ਤੁਸੀਂ ਉਸ ਦੀ ਸ਼ਰਨ ਦੇ ਵਿੱਚ ਜਾਓ ਜਿਨ੍ਹਾਂ ਨੇ ਹਰੀ ਨੂੰ ਜਾਣ ਲਿਆ ਹੈ, ਜਿੱਥੋਂ ਹਰੀ ਦਾ ਗਿਆਨ ਮਿਲਦਾ ਹੈ। ਪਉ ਸਰਨਾਈ ਜਿਨ ਹਰ ਜਾਤੇ, ਮਨ ਤਨ ਸੀਤਲ ਚਰਨ ਹਰ ਰਾਤੇ। ਜਿਨ੍ਹਾਂ ਦਾ ਆਪਣਾ ਮਨ ਤਨ ਸੀਤਲ ਹੈ, ਜਿਨ੍ਹਾਂ ਦਾ ਮਨ ਹਰੀ ਦੇ ਚਰਨਾਂ ਦੇ ਵਿੱਚ ਰਤਿਆ ਹੋਇਆ ਹੈ,
ਐਸੇ ਜਨਾਂ ਦੀ ਸ਼ਰਨ ਦੇ ਵਿੱਚ ਜਾਓ। ਜਾ ਕੇ ਹਿਰਦੈ ਵਸਿਓ ਹਰ ਨਾਮ, ਜਿਹਦੇ ਹਿਰਦੇ ਦੇ ਵਿੱਚ ਹਰੀ ਦਾ ਨਾਮ ਵਸਿਆ ਹੈ। ਸਗਲ ਮਨੋਰਥ ਤਾਕੇ ਪੂਰਨ ਕਾਮ, ਕਿਉਂਕਿ ਉਹਨਾਂ ਦੇ ਸਾਰੇ ਮਨੋਰਥ ਪੂਰੇ ਨੇ, ਉਹਨਾਂ ਦਾ ਕੰਮ ਪੂਰਨ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਵਸਿਆ ਹੈ ਮਾਲਕ, ਜਿਨ੍ਹਾਂ ਨੇ ਆਪਣੇ ਕਰਮ ਪੂਰਾ ਕੀਤਾ ਹੈ, ਆਪਣਾ ਕਾਰਜ ਪੂਰਾ, ਜਿਨ੍ਹਾਂ ਦਾ ਮਨੋਰਥ ਪੂਰਾ ਹੈ, ਉਹਨਾਂ ਦੀ ਸੰਗਤ ਦੇ ਵਿੱਚ ਜਾ ਕੇ ਉਸ ਪ੍ਰਭੂ ਨੂੰ ਮਨ ਦੇ ਵਿੱਚ ਵਸਾ ਸਕਦੇ ਹਾਂ, ਵਸਾ ਸਕਦੇ ਹੋ। ਜਨਮ ਮਰਾ ਮਿਰਤ ਜਿਸ ਵਾਸ, ਉਸ ਪ੍ਰਭੂ ਦੀ ਸ਼ਰਨ ਜਿੱਥੇ ਉਹ ਆਪ ਰੱਤੇ ਨੇ, ਕਿਸ ਦੀ ਸ਼ਰਨ ਦੇ ਵਿੱਚ ਰੱਤੇ ਨੇ, ਜਿਹਦੇ ਵਸ ਦੇ ਵਿੱਚ ਸਾਰਾ ਕੁਛ ਹੈ। ਜਨਮ ਵੀ, ਬੁਢਾਪਾ ਵੀ, ਮੌਤ ਵੀ ਉਸ ਪ੍ਰਭੂ ਦੇ ਵਸ ਦੇ ਵਿੱਚ ਹੈ। ਪਰ ਜਦੋਂ ਉਸ ਪ੍ਰਭੂ ਦੀ ਸ਼ਰਨ ਚਲੇ ਜਾਂਦੇ ਹਾਂ, ਫਿਰ ਨਾ ਦੁਬਾਰਾ ਜਨਮ ਹੁੰਦਾ ਹੈ, ਕਿਉਂਕਿ ਜੇ ਜਨਮ ਨਹੀਂ ਹੋਏਗਾ, ਨਾ ਬੁਢਾਪਾ ਆਏਗਾ ਅਤੇ ਨਾ ਮੌਤ ਆਏਗੀ। ਜੇ ਉਸ ਤੋਂ ਵਿਛੜੇ ਹਾਂ, ਜਨਮ ਵੀ ਹੁੰਦਾ ਹੈ, ਬਚਪਨ, ਜਵਾਨੀ, ਬੁਢੇਪਾ, ਫਿਰ ਮੌਤ। ਇਹ ਖੇਲ ਚੱਲਦਾ ਆ ਰਿਹਾ ਹੈ ਸਤਯੁਗ ਤੋਂ, ਜਿਸ ਦੇ ਵਿੱਚ ਆਪਾਂ ਵਾਰ-ਵਾਰ ਇਹਨਾਂ ਨੂੰ ਭੋਗਦੇ। ਹੁਣ ਕਲਯੁਗ ਦੇ ਵਿੱਚ ਫਿਰ ਸਾਨੂੰ ਮਨੁੱਖਾ ਦੇਹੀ ਮਿਲੀ ਹੋਈ ਹੈ, ਜਿਸ ਕਾਰਨ ਆਪਾਂ ਅੱਜ ਮਨੁੱਖ ਜਨਮ ਦੇ ਵਿੱਚ ਹਾਂ। ਇਹ ਦੁਰਲੱਭ ਜਨਮ ਆਪਾਂ ਨੂੰ ਫਿਰ ਮਿਲਿਆ ਉਸ ਪ੍ਰਭੂ ਦੀ ਕਿਰਪਾ ਦੇ ਨਾਲ, ਅਤੇ ਉਸ ਦੀ ਸ਼ਰਨ ਦੇ ਵਿੱਚ ਗਏ, ਫਿਰ ਇਹ ਸਾਰਾ ਜਨਮ ਮਰਨ ਖਤਮ ਹੋ ਜਾਂਦਾ ਹੈ। ਸੋ ਸਮਰੱਥ ਸਿਮਰ ਸਾਸ ਗਰਾਸ, ਉਸ ਪ੍ਰਭੂ ਨੂੰ, ਉਸ ਸਮਰੱਥ ਨੂੰ ਆਪਾਂ ਸਿਮਰਨਾ ਹੈ। ਕਿਵੇਂ ਸਿਮਰਨਾ ਹੈ? ਸਵਾਸ ਗਰਾਸ। ਕਿਸ ਨੇ ਸਿਮਰਨਾ ਹੈ? ਮਨ ਨੇ। ਜਿੱਥੋਂ ਸਵਾਸ ਅੰਦਰ ਜਾਂਦਾ ਹੈ, ਫਿਰ ਬਾਹਰ ਆਉਂਦਾ ਹੈ, ਉੱਥੇ ਆਪਾਂ ਧਿਆਨ ਜੋੜਨਾ ਹੈ, ਕਿਉਂਕਿ ਮਨ ਧਿਆਨ ਹੈ। ਜਿੱਥੇ ਮਾਲਕ ਸਾਨੂੰ ਸਵਾਸ ਦਿੰਦਾ ਹੈ, ਸਵਾਸ ਅੰਦਰ ਜਾਂਦਾ, ਫਿਰ ਬਾਹਰ ਆਉਂਦਾ ਹੈ, ਕਿਉਂਕਿ ਜਦੋਂ ਸਵਾਸ ਅੰਦਰ ਲੈਂਦੇ ਹਾਂ, ਉਦੋਂ ਆਪਾਂ ਸ਼ੁੱਧ ਹਵਾ ਲੈਂਦੇ ਹਾਂ, ਸ਼ੁੱਧ ਪੌਣ ਲੈਂਦੇ ਹਾਂ, ਅਤੇ ਜਦੋਂ ਸਵਾਸ ਬਾਹਰ ਆਉਂਦਾ ਹੈ, ਉਦੋਂ ਅਸ਼ੁੱਧ ਹੁੰਦੀ ਹੈ। ਕਿਉਂ ਅਸ਼ੁੱਧ ਹੋ ਜਾਂਦੀ? ਕਿਉਂਕਿ ਸਾਡੇ ਸਰੀਰ ਦੇ ਵਿੱਚ ਗੰਦਗੀ ਹੈ, ਹੱਡੀਆਂ ਨੇ, ਖੂਨ ਹੈ ਇਸ ਚੰਮ ਦੇ ਵਿੱਚ ਲਪੇਟਿਆ ਹੋਇਆ, ਅਤੇ ਉੱਥੇ ਜਦੋਂ ਪੌਣ ਜਾਂਦੀ ਹੈ, ਪੌਣ ਵਾਪਸ ਆਉਂਦੀ ਹੈ, ਅਸ਼ੁੱਧ ਹੋ ਜਾਂਦੀ ਹੈ। ਲੇਕਿਨ ਆ ਕੇ ਆਉਂਦੀ ਕਿੱਥੇ ਹੈ? ਨਿਰਾਕਾਰ ਦੇ ਵਿੱਚ, ਜਿੱਥੇ ਮਾਲਕ ਹੈ। ਜਿਉਂ ਹੀ ਉਹ ਅਸ਼ੁੱਧ ਹਵਾ ਆ ਕੇ ਉੱਥੇ ਮਿਲਦੀ ਹੈ, ਫਿਰ ਸ਼ੁੱਧ ਹੋ ਜਾਂਦੀ ਹੈ, ਫਿਰ ਆਪਾਂ ਸਵਾਸ ਲੈਂਦੇ ਹਾਂ। ਜਿਵੇਂ ਉਹ ਨਾਲ ਦੀ ਨਾਲ ਪਰਮੇਸ਼ਰ ਅਸ਼ੁੱਧ ਪੌਣ ਨੂੰ ਸ਼ੁੱਧ ਕਰਕੇ ਫਿਰ ਸਾਨੂੰ ਸਵਾਸ ਦੇ ਦਿੰਦਾ ਹੈ, ਇੱਦਾਂ ਹੀ ਜਦੋਂ ਜਿਹੜੀ ਸਾਡੀ ਜੋਤ ਮੈਲੀ ਹੋਈ ਹੈ, ਜਦੋਂ ਆਪਾਂ ਆਪਣੀ ਜੋਤ ਨੂੰ ਉਸ ਦੇ ਵਿੱਚ ਮਿਲਾ ਦਿਆਂਗੇ, ਅਤੇ ਸਾਡੀ ਜੋਤ ਵੀ ਨਿਰਮਲ ਹੋ ਜਾਏਗੀ। ਜੋ ਪੌਣ ਨੂੰ ਸ਼ੁੱਧ ਕਰਦਾ, ਉਹ ਸਾਡੀ ਜੋਤ ਨੂੰ ਵੀ ਸ਼ੁੱਧ ਕਰ ਦਿੰਦਾ ਹੈ। ਉਸ ਨੂੰ ਆਪਾਂ ਸਿਮਰਨਾ ਹੈ, ਧਿਆਨ ਲਾਉਣਾ ਹੈ। ਜਿੱਥੋਂ ਸਵਾਸ ਆਉਂਦਾ ਹੈ, ਸਵਾਸ ਕਿੱਥੋਂ ਆਉਂਦਾ ਹੈ? ਪੌਣ ਕਿੱਥੋਂ ਆਉਂਦੀ ਹੈ? ਸੁਣ ਦੇ ਵਿੱਚੋਂ, ਅਤੇ ਉੱਥੇ ਆਪਾਂ ਧਿਆਨ ਲਾਉਣਾ ਹੈ। ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਧਰ ਸੋਈ। ਮੀਤ ਸਾਜਨ ਸਖਾ ਪ੍ਰਭ ਏਕ, ਜਿਹਨੇ ਇੱਕ ਨੂੰ ਹੀ ਆਪਣਾ ਮਿੱਤਰ ਬਣਾਇਆ ਹੈ, ਸੱਜਣ ਬਣਾਇਆ ਹੈ, ਆਪਣਾ ਸਖਾ ਬਣਾਇਆ ਹੈ। ਨਾਮ ਸੁਆਮੀ ਕਾ ਨਾਨਕ ਟੇਕ, ਜਿਨ੍ਹਾਂ ਨੇ ਇਸ ਪ੍ਰਭੂ 'ਤੇ ਟੇਕ ਹੈ, ਉਸ ਦੇ ਨਾਮ 'ਤੇ ਟੇਕ ਹੈ। ਐਸੇ ਜਨਾਂ ਦਾ ਸੰਗ ਕਰਕੇ, ਸ਼ਰਨ 'ਚ ਜਾ ਕੇ ਆਪਣਾ ਜਿਹੜਾ ਡਰ ਹੈ ਉਸ ਨੂੰ ਖਤਮ ਕਰ ਸਕਦੇ ਹਾਂ, ਉਸ ਭੈ ਭੰਜਨ ਨੂੰ ਮਨ ਦੇ ਵਿੱਚ ਵਸਾ ਸਕਦੇ ਹਾਂ।
ਕਿਉਂਕਿ ਉਹੀ ਸਾਨੂੰ ਨਿਰਮਲ ਕਰ ਸਕਦਾ ਹੈ। ਜਿਵੇਂ ਆਪਾਂ ਕੱਲ ਵਿਚਾਰਦੇ ਸੀ, ਸ਼ਬਦ ਵਿਚਾਰਿਆ ਸੀ ਜਿੱਥੇ ਥੋੜ੍ਹਾ ਤੁਕ ਗਲਤ ਪੜੀ ਗਈ ਸੀ। ਕਿਸੇ ਗੁਰਮੁਖ ਨੇ ਕਮੈਂਟ ਵੀ ਪਾਇਆ ਸੀ, ਮੈਂ ਦੇਖਿਆ ਨਿਵਾਦ ਦੇ ਵਿੱਚ ਦੇਖਿਆ ਸੀ ਕਿ ਆਪਾਂ ਪੜ੍ਹ ਦਿੱਤਾ ਸੀ, ਆਖ ਦਿੱਤਾ ਸੀ, ਪੈ ਪੰਜਨ ਦੁਰਮਤ ਹਰਨ, ਹਰ ਅਨਾਥ ਕੇ ਨਾਥ। ਲੇਕਿਨ ਸ਼ਬਦ ਹੈ ਪਤਿਤ ਉਦਾਹਰਨ ਪੈ ਹਰਨ, ਹਰ ਅਨਾਥ ਕੇ ਨਾਥ। ਸੋ ਮਾਲਕ ਜਦੋਂ ਪਰਮੇਸ਼ਰ ਹੈ, ਪੈ ਪੰਜਨ ਵੀ ਪੈ ਹਰਨ ਨੂੰ ਕਹਿ ਦਿੰਦੇ ਹਾਂ, ਪੈ ਦਾ ਨਾਸ ਕਰਨ ਨੂੰ। ਵੀ ਉਸ ਨੂੰ ਜਦੋਂ ਮਨ ਦੇ ਵਿੱਚ ਵਸਾ ਲਈਏ, ਉਸ ਸਾਡੇ ਨਾਲ ਹੀ ਵਸਦਾ, ਦੂਰ ਨਹੀਂ ਹੈ। ਫਿਰ ਸਾਡਾ ਜਿਹੜਾ ਡਰ ਹੈ, ਜਿਸ ਤਰ੍ਹਾਂ ਡਰਦੇ ਡਰਦੇ ਸਾਡਾ ਇਹ ਜਨਮ ਬੀਤ ਰਿਹਾ ਹੈ, ਬਹੁਤ ਡਰਦੇ ਡਰਦਿਆਂ ਦਾ ਫਿਰ ਬੀਤ ਰਿਹਾ ਹੈ। ਸੋ ਫਿਰ ਡਰ ਖਤਮ ਹੋ ਜਾਏਗਾ, ਫਿਰ ਮਨ ਆਨੰਦ ਦੇ ਵਿੱਚ ਚਲੇ ਜਾਏਗਾ। ਮੀਤ ਸਾਜਨ ਸਖਾ ਪ੍ਰਭ ਏਕ, ਨਾਮ ਸੁਆਮੀ ਕਾ ਨਾਨਕ ਟੇਕ। ਵੀ ਆਪਾਂ ਟੇਕ ਕਿਸ ਦੀ ਬਣਾਉਣੀ ਹੈ? ਉਸ ਪ੍ਰਭੂ ਦੇ ਨਾਮ ਨੂੰ ਟੇਕ ਕਰਨੀ ਹੈ। ਫਿਰ ਸਾਡਾ ਡਰ ਖਤਮ ਹੋ ਜਾਂਦਾ ਹੈ। ਫਿਰ ਜਿਹੜਾ ਪੈ ਪੰਜਨ ਹੈ ਉਹ ਫਿਰ ਸਾਡੇ ਮਨ ਵਿੱਚ ਵਸ ਜਾਂਦਾ ਹੈ, ਪੈ ਖਤਮ ਹੋ ਜਾਂਦਾ ਹੈ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ, ਜੀ ਤਿਨ ਕਾ ਭਉ ਸਭ ਗਵਾਸੀ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ। ਸੋ ਆਓ ਅਗਲਾ ਸ਼ਬਦ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ, ਹਰ ਹਰ ਨਾਮ ਸੰਤਨ ਕੈ ਸੰਗ, ਮਨ ਤਨ ਰਾਤਾ ਰਾਮ ਕੈ ਰੰਗ। ਹਰੀ ਦਾ ਨਾਮ ਹੈ, ਉਸ ਦੀ ਸੋਝੀ ਕਿੱਥੋਂ ਆਉਂਦੀ ਹੈ? ਜਦੋਂ ਸੰਤਾਂ ਦਾ ਸੰਗ ਕਰਦੇ ਹਾਂ। ਕਿਉਂਕਿ ਜਿਸ ਵਖਰ ਨੂੰ ਅਸੀਂ ਲੈਣ ਵਾਸਤੇ ਆਏ ਹਾਂ, ਉਹ ਸਾਨੂੰ ਸੰਤਾਂ ਦੁਆਰਾ ਗਿਆਨ ਮਿਲਦਾ ਹੈ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਜ ਅਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਆਪਣਾ ਹੰਕਾਰ ਛੱਡ ਕੇ ਜਦੋਂ ਸੰਤਾਂ ਦਾ ਸੰਗ ਕਰਦੇ ਹਾਂ, ਉੱਥੇ ਆਪਣਾ ਮਨ ਅਸੀਂ ਵੇਚ ਦਿੰਦੇ, ਉਸ ਦੇ ਵੱਟੇ ਨਾਮ ਪ੍ਰਾਪਤ ਹੁੰਦਾ ਹੈ। ਜਦ ਤੱਕ, ਕਿਉਂਕਿ ਅਭਿਮਾਨੀ ਮਨ ਮਾਲਿਕ ਨੂੰ ਨਹੀਂ ਪਾਉਂਦਾ। ਜਦੋਂ ਮਨ ਹੰਕਾਰ ਤੋਂ ਰਹਿਤ ਹੋ ਜਾਂਦਾ ਹੈ, ਫਿਰ ਸਾਨੂੰ ਮਾਲਕ ਨਾਮ ਦਿੰਦਾ ਹੈ। ਕਿਉਂਕਿ ਨਾਮ ਨੂੰ ਕਿਸੇ ਹੋਰ ਤਰੀਕੇ 'ਤੇ ਨਹੀਂ ਪਾਇਆ ਜਾ ਸਕਦਾ। ਹਰੀ ਨੂੰ ਕਿਸੇ ਹੋਰ ਕੀਮਤ 'ਤੇ ਨਹੀਂ ਪਾਇਆ ਜਾ ਸਕਦਾ, ਕਿਉਂਕਿ ਉਸ ਦੀ ਕੋਈ ਕੀਮਤ ਨਹੀਂ ਹੈ। ਇੱਥੇ ਤੱਕ ਹੀਰੇ ਵੀ ਤੋਲ ਦਈਏ, ਫਿਰ ਵੀ ਉਸ ਦੀ ਕੀਮਤ ਨਹੀਂ ਪੈਂਦੀ। ਅਤੇ ਕਿਵੇਂ ਉਸ ਨੂੰ ਆਪਾਂ ਪ੍ਰਾਪਤ ਕਰ ਸਕਦੇ ਹਾਂ? ਆਪਣਾ ਮਨ ਦੇ ਕੇ ਉਸ ਨੂੰ ਖਰੀਦ ਸਕਦੇ ਹਾਂ, ਉਸ ਨੂੰ ਆਪਣਾ ਬਣਾ ਸਕਦੇ ਹਾਂ, ਉਸ ਦੇ ਵੱਟੇ ਪ੍ਰਭੂ ਨੂੰ ਪਾ ਸਕਦੇ ਹਾਂ। ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ, ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੁੱਲ। ਵੀ ਸਿਰਫ ਮਨ ਦੇ ਕੇ ਹੀ ਆਪਾਂ ਉਸ ਨੂੰ ਪਾ ਸਕਦੇ ਹਾਂ, ਕਿਉਂਕਿ ਸਾਡਾ ਮਨ ਵੀ ਜੋ ਹੈ ਹੀਰਾ ਹੈ, ਅਮੁੱਲ ਹੈ, ਤੇ ਨਾਮ ਵੀ ਅਮੁੱਲ ਹੈ। ਇਸ ਕਰਕੇ ਸਮਝਾਉਂਦੇ ਨੇ ਵੀ ਜਿਹੜਾ ਹਰੀ ਦੇ ਸੰਤ ਨੇ, ਉਹਨਾਂ ਦੇ ਸੰਗ ਕਰਕੇ ਆਪਾਂ ਨਾਮ ਨੂੰ ਜਾਣ ਸਕਦੇ ਹਾਂ, ਕਿਉਂਕਿ ਉਹ ਨਾਮ ਦੇ ਵਿੱਚ ਵਸਦੇ ਨੇ, ਨਾਮ ਉਹਨਾਂ ਦੇ ਵਿੱਚ ਵਸਦਾ ਹੈ। ਉਹਨਾਂ ਦਾ ਮਨ ਵੀ ਤਨ ਵੀ ਰਤਾ ਹੈ ਉਹਦੇ ਰੰਗ ਦੇ ਵਿੱਚ। ਮਨ ਤਨ ਰਤਾ ਰਾਮ ਕੇ ਰੰਗ। ਐਸੇ ਸੰਤ ਜਿਨ੍ਹਾਂ ਦਾ ਮਨ ਤਨ ਸਭ ਉਸ ਮਿਲਕ 'ਚ ਰਤਾ ਹੈ, ਐਸੇ ਜਨਾਂ ਦਾ ਸੰਗ ਕਰਕੇ ਹੀ ਨਾਮ ਨੂੰ ਪਾ ਸਕਦੇ ਹਾਂ, ਕਿਉਂਕਿ ਉਹਨਾਂ ਦੇ ਕੁਲ ਖਜ਼ਾਨਾ ਬਖਸ਼ਿਸ਼ ਕੀਤਾ ਹੈ ਮਾਲਿਕ ਨੇ।
ਆਓ ਸ਼ੁਰੂ ਕਰਦੇ ਹਾਂ ਸ਼ਬਦ ਨੂੰ। ਬਾਹਰ ਰਾਖਿਓ ਹਿਰਦੈ ਸੰਭਾਲ, ਘਰ ਆਏ ਗੋਬਿੰਦ ਲੈ ਨਾਲ। ਹੁਣ ਮਨ ਸੀ ਜਿਹੜਾ ਪਹਿਲਾਂ ਕਿੱਥੇ ਰਹਿੰਦਾ ਸੀ? ਬਾਹਰ, ਕਿਉਂਕਿ ਹਿਰਦੇ ਦਾ ਪਤਾ ਨਹੀਂ ਸੀ। ਪਰ ਜਦੋਂ ਸੰਤਾਂ ਦਾ ਸੰਗ ਕਰਦੇ ਹਾਂ, ਸੰਤਾਂ ਦੇ ਸੰਗ ਕੀਤਾ, ਫਿਰ ਉਹ ਸਾਨੂੰ ਉਸ ਘਰ ਵਿੱਚ ਲੈ ਗਏ ਜਿੱਥੇ ਮਾਲਕ ਵਸਦਾ ਹੈ। ਘਰ ਆਏ ਗੋਬਿੰਦ ਲੈ ਨਾਲ। ਉਹ ਸਾਨੂੰ ਗੁਰ ਦੇ ਗਿਆਨ ਦੁਆਰਾ ਕਿੱਥੇ ਲੈ ਜਾਂਦਾ ਹੈ? ਸਾਡਾ ਮਨ ਕਿੱਥੇ ਚਲੇ ਜਾਂਦਾ? ਆਪਣੇ ਘਰ ਦੇ ਵਿੱਚ। ਪਹਿਲਾਂ ਬਾਹਰ ਰਹਿੰਦਾ ਸੀ, ਫਿਰ ਕਿੱਥੇ ਜਾ ਕੇ ਵਸਦਾ ਹੈ? ਹਿਰਦੇ ਦੇ ਵਿੱਚ। ਨਿਜ ਮਹਿਲ ਜਿਸ ਨੂੰ ਕਹਿ ਦਿੱਤਾ, ਦਸਵਾਂ ਦੁਆਰ ਕਹਿ ਦਿੱਤਾ ਹੈ। ਫਿਰ ਮਨ ਉੱਥੇ ਹਿਰਦੇ ਨੂੰ ਸੰਭਾਲਦਾ ਹੈ। ਪਰ ਕਦੋਂ? ਜਦੋਂ ਇਹ ਗੁਰ ਦਾ ਗਿਆਨ ਲੈਂਦੇ ਹਾਂ। ਕਿਉਂਕਿ ਇੱਕ ਵਾਰੀ ਆਪਾਂ ਨੂੰ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਣ ਵਾਸਤੇ ਸੰਤਾਂ ਦਾ ਸੰਗ ਕਰਨਾ ਪੈਂਦਾ ਹੈ। ਇੱਕ ਵਾਰੀ ਉਹਨਾਂ ਦੇ ਨਾਲ ਜਾਂਦੇ ਹਾਂ, ਰਸਤਾ ਮਿਲ ਜਾਂਦਾ ਹੈ, ਘਰ ਦਾ ਭੇਤ ਆ ਜਾਂਦਾ ਹੈ, ਫਿਰ ਅਸੀਂ ਆਪ ਆ ਜਾ ਸਕਦੇ ਹਾਂ। ਜਿਵੇਂ ਮਹਾਰਾਜ ਸਮਝਾਉਂਦੇ ਨੇ, ਆਪਾਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਉਹ ਪ੍ਰਭੂ ਸਾਡੇ ਦਰਦਾਂ ਦਾ, ਗਰੀਬਾਂ ਦਾ ਦਰਦ ਦੂਰ ਕਰਨ ਵਾਲਾ, ਦੁੱਖਾਂ ਦਾ ਨਾਸ਼ ਕਰਨ ਵਾਲਾ, ਘਟ ਘਟ ਦੇ ਵਿੱਚ ਵਸਣ ਵਾਲਾ, ਅਨਾਥਾਂ ਦਾ ਨਾਥ ਮਾਲਕ ਹੈ। ਉਸ ਦੀ ਸ਼ਰਨ ਦੇ ਵਿੱਚ ਆਪਾਂ ਕਿਵੇਂ ਜਾਣਾ ਹੁੰਦਾ ਹੈ? ਉਹਦੇ ਜਨਾਂ ਦੇ ਸੰਗ ਕਰਕੇ। ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਸੰਤ ਜਨ ਸਾਨੂੰ ਗਿਆਨ ਦਿੰਦੇ ਨੇ ਵੀ ਆਓ ਧਿਆਨ ਦੁਆਰਾ ਆਪਾਂ ਚੱਲੀਏ ਆਪਣੇ ਘਰ ਦੇ ਵਿੱਚ। ਉਸ ਘਰ ਦੇ ਹਿਰਦੇ ਦੇ ਵਿੱਚ ਕਿਵੇਂ ਆਪਾਂ ਮਾਲਕ ਨਾਮ ਨੂੰ ਸੰਭਾਲਣਾ ਹੈ, ਉਹ ਫਿਰ ਸੰਤਾਂ ਦਾ ਸੰਗ ਕਰਕੇ ਸਾਨੂੰ ਇਸ ਗਿਆਨ ਪ੍ਰਾਪਤ ਹੁੰਦਾ ਹੈ। ਇੱਥੇ ਵੀ ਸਾਨੂੰ ਇਹ ਗੁਰਮੁਖ ਇਹ ਸਮਝਾ ਰਹੇ ਨੇ ਕਿ ਬਾਹਰ ਸੀ ਪਹਿਲਾਂ ਮਨ ਰਹਿੰਦਾ, ਫਿਰ ਸਾਨੂੰ ਹਿਰਦੇ ਦਾ ਭੇਦ ਦਿੱਤਾ। ਪਰ ਦਿੱਤਾ ਕਿਵੇਂ? ਘਰ ਦੇ ਵਿੱਚ ਸਾਨੂੰ ਨਾਲ ਲੈ ਕੇ ਗਏ ਆਪ। ਗੁਰ ਦੇ ਗਿਆਨ ਦੁਆਰਾ ਮਨ ਘਰ ਦੇ ਵਿੱਚ ਗਿਆ। ਘਰ ਆਏ ਗੋਬਿੰਦ ਲੈ ਨਾਲ। ਗੁਰ ਪ੍ਰਸਾਦੀ ਸਾਗਰ ਤਰਿਆ। ਸੰਤਾਂ ਨੇ ਗੁਰ ਦਿੱਤਾ, ਗੁਰ ਦੁਆਰਾ ਫਿਰ ਪਹਿਲਾਂ ਭਵ ਸਾਗਰ ਨੂੰ ਪਾਰ ਕੀਤਾ। ਕਿਉਂਕਿ ਸਾਡੇ ਘਰ 'ਤੇ ਇਸ ਸੰਸਾਰ ਦੇ ਵਿੱਚ ਇੱਕ ਭਵ ਸਾਗਰ ਹੈ, ਜਿਸ ਨੂੰ ਪਾਰ ਕਰਕੇ ਹੀ ਆਪਾਂ ਆਪਣੇ ਘਰ ਜਾ ਸਕਦੇ ਹਾਂ, ਜਿੱਥੇ ਪ੍ਰਭੂ ਵਸਦਾ। ਸਾਡਾ ਦਸਵਾਂ ਦੁਆਰ ਤੇ ਇਸ ਸੰਸਾਰ ਮਨ ਜਿੱਥੇ ਤ੍ਰਿਲੋਕੀ ਦੇ ਵਿੱਚ ਆ ਗਿਆ ਹੈ, ਤ੍ਰਿਲੋਕੀ ਤੋਂ ਆਪਣੇ ਘਰ ਵਿੱਚ ਜਾਣ ਵਾਸਤੇ ਇੱਕ ਭਵ ਸਾਗਰ ਆਉਂਦਾ ਹੈ, ਜਿਹੜਾ ਗੁਰ ਦੇ ਗਿਆਨ ਦੁਆਰਾ, ਗੁਰ ਦੀ ਕਿਰਪਾ ਦੁਆਰਾ ਪਾਰ ਕੀਤਾ ਜਾਂਦਾ ਹੈ। ਗੁਰ ਪ੍ਰਸਾਦੀ ਸਾਗਰ ਤਰਿਆ, ਜਨਮ ਜਨਮ ਕੇ ਕਿਲ ਵਿਕ ਸਭ ਹਰਿਆ। ਕਹਿੰਦੇ ਜਨਮਾਂ ਜਨਮਾਂ ਦੀ ਜਿਹੜੀ ਪਾਪਾਂ ਦੀ ਮੈਲ ਲੱਗੀ ਸੀ ਮਨ ਨੂੰ, ਉਹ ਸਭ ਖਤਮ ਹੋ ਗਈ ਗੁਰ ਦੇ ਗਿਆਨ ਦੁਆਰਾ। ਕਿਉਂਕਿ ਭਾਰਾ ਪੱਥਰ ਨਹੀਂ ਤੈਰ ਸਕਦਾ। ਜਦੋਂ ਪਾਪਾਂ ਦੀ ਮੈਲ ਖਤਮ ਹੋ ਜਾਂਦੀ ਹੈ, ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਕਿਉਂਕਿ ਇਹਨਾਂ ਮੈਲ ਕਰਕੇ ਹੀ ਅਸਥੂਲ ਹੈ। ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ। ਪੂਰੇ ਗੁਰ ਦਾ ਜਿਹੜਾ ਨਿਰਮਲ ਮੰਤ ਸੀ। ਸੰਤ ਕੀ ਦਿੰਦੇ ਨੇ? ਗੁਰ। ਪਰ ਗੁਰ ਕੋਈ ਅੱਖਰ ਹੀ ਨਹੀਂ ਹੁੰਦਾ। ਧਿਆਨ ਮਾਰਗ ਹੈ, ਧਿਆਨ ਦਾ ਵਿਧੀ ਹੈ ਜੋ ਨਿਰਮਲ ਹੈ। ਕਿਉਂਕਿ ਦ੍ਰਿਸ਼ਟੀ ਜਿਹੜੀ, ਆਪਣਾ ਖਜ਼ਾਨਾ ਕਿੱਥੇ ਰੱਖਿਆ? ਸਾਰਾ ਦ੍ਰਿਸ਼ਟੀ ਦੇ ਵਿੱਚ। ਇਸ ਕਰਕੇ ਸਾਡੀ ਦ੍ਰਿਸ਼ਟੀ ਨੂੰ ਹੀ ਗਿਆਨ ਦਾ ਸੁਰਮਾ ਪਾਇਆ ਜਾਂਦਾ ਹੈ। ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ, ਪੁਰਬ ਲਿਖ ਕਾ ਲੈਣਾ ਪਾਹੇ।
ਸਭ ਘਟ ਤਿਸਕੇ ਉਹ ਕਰਨੇ ਯੋਗ। ਇਸ ਕਰਕੇ ਖਜ਼ਾਨਾ ਕਿੱਥੇ ਹੈ? ਦ੍ਰਿਸ਼ਟੀ ਦੇ ਵਿੱਚ। ਸਾਡੀ ਦ੍ਰਿਸ਼ਟੀ ਦੇ ਵਿੱਚ ਗਿਆਨ ਦਾ ਜਦੋਂ ਸੁਰਮਾ ਪਾਇਆ ਜਾਂਦਾ ਹੈ, ਗੁਰ ਦਾ ਗਿਆਨ ਦਿੱਤਾ ਜਾਂਦਾ ਹੈ ਜਿਹੜਾ ਨਿਰਮਲ ਹੈ, ਉਹ ਸਾਡੇ ਦ੍ਰਿਸ਼ਟੀ ਨੂੰ ਵੀ ਨਿਰਮਲ ਕਰ ਦਿੰਦਾ ਹੈ। ਤੇ ਫਿਰ ਸੁਰਤੀ ਨੂੰ ਸੋਭਾ ਮਿਲਦੀ ਉਸ ਪ੍ਰਭੂ ਦੇ ਘਰ ਦੇ ਵਿੱਚ। ਸ਼ਬਦ ਦੁਆਰਾ ਸਾਡੀ ਸੁਰਤੀ ਕਿੱਥੇ ਜਾਂਦੀ? ਆਪਣੇ ਘਰ ਦੇ ਵਿੱਚ। ਸੋਭਾ ਸੁਰਤ ਨਾਮ ਭਗਵੰਤ। ਜਦੋਂ ਅਸੀਂ ਗੁਰ ਦਾ ਗਿਆਨ ਲੈਂਦੇ ਹਾਂ, ਨਾਮ ਦੀ ਸੋਝੀ ਹੋ ਜਾਂਦੀ ਹੈ। ਨਿਰਮਲ ਮੰਤ ਨੂੰ ਅਸੀਂ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਕੇ ਧਿਆਨ ਲਗਾਉਂਦੇ ਹਾਂ ਤੇ ਸਾਨੂੰ ਸੋਭਾ ਪ੍ਰਾਪਤ ਹੁੰਦੀ ਹੈ। ਚਰਨ ਕਮਲ ਹਿਰਦੇ ਮਹਿ ਜਾਪ। ਫਿਰ ਜਿਹੜੇ ਪ੍ਰਭੂ ਦੇ ਚਰਨ ਕਮਲ ਨੇ, ਹਿਰਦੇ ਦੇ ਵਿੱਚ ਸਾਨੂੰ ਦਰਸ਼ਨ ਹੁੰਦੇ ਨੇ। ਜਾਪ ਹੈ ਦੇਖਣਾ। ਆਪਾਂ ਬਾਣੀ ਪੜ੍ਹਦੇ ਹਾਂ, ਇੱਕ ਬਾਣੀ ਪੜ੍ਹਦੇ ਹਾਂ ਜਪ, ਜਿਸ ਨੂੰ ਆਪਾਂ ਜਪ ਜੀ ਸਾਹਿਬ ਦੀ ਬਾਣੀ ਕਹਿੰਦੇ ਹਾਂ। ਤੇ ਉਸ ਤੋਂ ਬਾਅਦ ਆਉਂਦਾ ਹੈ ਜਾਪ ਸਾਹਿਬ। ਜਾਪ ਸਾਹਿਬ ਦਾ ਮਤਲਬ ਹੁੰਦਾ ਕਿ ਦੇਖਣਾ ਉਸ ਪ੍ਰਭੂ ਨੂੰ, ਦੇਖ ਦੇਖ ਕੇ ਉਸਨੂੰ ਨਮਸਕਾਰ ਕਰਨੀ। ਤੇ ਜਿਨ੍ਹਾਂ ਤੇ ਦਇਆ ਕਰਦਾ ਹੈ, ਕਿਰਪਾ ਕਰਦਾ ਹੈ, ਉਹਨਾਂ ਨੂੰ ਫਿਰ ਘਟ ਘਟ ਦੇ ਵਿੱਚ ਆਪਣਾ ਦਰਸ਼ਨ ਦਿੰਦਾ ਹੈ। ਇਸ ਕਰਕੇ ਕਿੰਨੇ ਰੂਪ ਉਸਦੇ, ਉਸ ਸਾਰੇ ਰੂਪਾਂ ਦੇ ਵਿੱਚ ਆਪ ਦਿਸਦਾ ਹੈ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਖੇ, ਨਮਸਤੰ ਅਲੇਖੇ। ਫਿਰ ਉਸ ਪ੍ਰਭੂ ਦਾ ਸਾਨੂੰ ਗਿਆਨ ਹੋ ਜਾਂਦਾ ਹੈ। ਨਾਲੇ ਅਸੀਂ ਉਸ ਨੂੰ ਨਮਸਤੇ ਕਰਦੇ ਹਾਂ, ਨਾਲੇ ਉਸਦਾ ਉਸਤਤ ਕਰਦੇ ਹਾਂ, ਜਿਸ ਨੂੰ ਅਕਾਲ ਉਸਤਤ ਬਾਣੀ ਵੀ ਕਿਹਾ ਹੈ। ਇਸ ਕਰਕੇ ਇੱਥੇ ਸਮਝਾਉਂਦੇ ਨੇ ਫਿਰ ਉਸ ਮਾਲਕ ਦੇ ਨਾਮ ਨੂੰ ਹਿਰਦੇ ਦੇ ਵਿੱਚ ਦਰਸ਼ਨ ਹੁੰਦੇ ਨੇ, ਕਿਉਂਕਿ ਦੇਖ ਸਕਦੇ ਹਾਂ। ਕਹਿਣ ਦੇ ਵਿੱਚ ਨਾਮ ਨਹੀਂ ਆਉਂਦਾ। ਤਿੰਨ ਦੇਖਿਆ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਗਰੀ ਏਕ ਸਕਟ ਮਾਹੇ, ਅਨੇਕ ਰੰਗ ਨਾਨਾ ਦਿਸ਼ਟਾ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, ਸੁਨ ਸਮਾਦ ਅਨਹਦ ਤੇ ਨਾਦ, ਕਹਿਣ ਨਾ ਜਾਈ ਆਚਰਜ ਬਿਸਮਾਤ। ਕਿਉਂਕਿ ਕਹਿ ਨਹੀਂ ਜਾਂਦਾ, ਕਹਿਣ 'ਚ ਨਹੀਂ ਆਉਂਦਾ, ਬੋਲਣ 'ਚ ਨਹੀਂ ਆਉਂਦਾ, ਕਿਉਂਕਿ ਅਚਰਜ ਹੈ, ਬਿਸਮਾਦ ਹੈ। ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤੇ ਜਨ ਸੋਝੀ ਪਾਏ। ਉਹ ਦੇਖਦਾ ਜਿਸ ਨੂੰ ਆਪ ਕਿਰਪਾ ਕਰਕੇ ਦਿਖਾਉਂਦਾ ਹੈ। ਇਸ ਕਰਕੇ ਜਾਪ ਦਾ ਮਤਲਬ ਕੀ ਹੈ? ਕਿ ਦੇਖਣਾ, ਜਾਪਣਾ, ਦੇਖਣਾ। ਨਾਨਕ ਪੇਖ ਜੀਵੈ ਪ੍ਰਤਾਪ। ਫਿਰ ਅਗਲੀ ਪੰਕਤੀ ਦੇ ਵਿੱਚ ਵੀ ਦੱਸਦਾ ਵੀ ਉਸ ਦੇ ਦੇਖ ਦੇਖ ਕੇ ਉਸਦੇ ਪ੍ਰਤਾਪ ਨੂੰ ਫਿਰ ਸਾਡਾ ਜੀਵਨ ਹੋ ਗਿਆ ਹੈ। ਕਿਉਂਕਿ ਦਰਸ਼ਨ ਕਰਕੇ, ਦਰਸ਼ਨ ਹੀ ਆਪਾਂ ਕਰਨੇ ਨੇ। ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਮੁਕਤ ਹੋ ਜਾਂਦੇ, ਜਿਨ੍ਹਾਂ ਨੇ ਉਸਦੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਫਿਰ ਦੁਬਾਰਾ ਜੂਨਾਂ ਦੇ ਵਿੱਚ ਆਉਣਾ ਪੈਂਦਾ ਹੈ। ਜੇ ਤਿਸੇ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ, ਕਿ ਕੀਟਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਇਸ ਕਰਕੇ ਆਪਾਂ ਜਿਹੜਾ ਕਰਦੇ ਹਾਂ ਅਭਿਆਸ, ਦਰਸ਼ਨਾਂ ਵਾਸਤੇ ਕਰਦੇ ਹਾਂ। ਅਗਲਾ ਸ਼ਬਦ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ, ਔਰ ਉਹ ਪੰਕਤੀਆਂ ਨੇ। ਧਨ ਇਹ ਥਾਨ ਗੋਬਿੰਦ ਗੁਣ ਗਾਏ, ਕੁਸ਼ਲ ਖੇਮ ਪ੍ਰਭ ਆਪ ਵਸਾਏ। ਵੀ ਉਹ ਥਾਨ ਧਨ ਹੈ ਜਿੱਥੇ ਗੋਬਿੰਦ ਦੇ ਗੁਣ ਗਾਏ ਜਾਂਦੇ ਨੇ। ਕੁਸ਼ਲ ਖੇਮ ਪ੍ਰਭ ਆਪ ਵਸਾਏ। ਆਪ ਪ੍ਰਭੂ ਸਾਡੇ ਮਨ ਨੂੰ
ਕੁਸ਼ਲ ਬਣਾਉਂਦਾ ਹੈ, ਗੁਣ ਗਾਉਣ ਦੇ ਯੋਗ ਬਣਾਉਂਦਾ ਹੈ। ਆਪ ਇੱਕ ਖਜ਼ਾਨਾ ਦਿੰਦਾ ਹੈ, ਆਪ ਕਿਰਪਾ ਕਰਕੇ ਆਪਣੇ ਗੁਣ ਗਵਾਉਂਦਾ ਹੈ। ਕਿਉਂਕਿ ਅਸੀਂ ਯੋਗ ਨਹੀਂ ਉਸ ਪ੍ਰਭੂ ਦੇ ਗੁਣ ਗਾਉਣ ਦੇ, ਪਰ ਜਿਸ 'ਤੇ ਖੁਸ਼ ਹੁੰਦਾ ਉਸ ਨੂੰ ਯੋਗ ਬਣਾਉਂਦਾ ਹੈ, ਉਸ ਦੁਆਰਾ ਫਿਰ ਆਪਣੇ ਗੁਣ ਗਵਾਉਂਦਾ ਹੈ। ਅਤੇ ਜਿੱਥੇ ਆਪਣੇ ਗੁਣ ਗਵਾਉਂਦਾ ਹੈ ਉਸ ਸਥਾਨ ਨੂੰ ਫਿਰ ਧਨ ਕਿਹਾ ਹੈ। ਉਹ ਕੋਈ ਜਗ੍ਹਾ ਨਹੀਂ ਹੈ, ਉਹ ਜਗ੍ਹਾ ਨਹੀਂ ਹੈ ਵੀ ਜਿੱਥੇ ਬੈਠ ਕੇ ਅਸੀਂ ਗਾਉਂਦੇ ਹਾਂ, ਕਿਉਂਕਿ ਇੱਥੇ ਦਾ ਸਰੀਰ ਬੈਠਾ ਹੈ। ਉਹ ਆਪਣੇ ਸਾਰਿਆਂ ਦਾ ਦਸਵਾਂ ਦੁਆਰ ਹੈ, ਜਿੱਥੇ ਬੈਠ ਕੇ ਜੀਵ ਉਸ ਪ੍ਰਭੂ ਨੂੰ ਧਿਆਨ ਜਿੱਥੇ ਟਿਕਾ ਕੇ ਗਾਉਂਦਾ ਹੈ, ਅਤੇ ਆਪਾਂ ਵੀ ਉੱਥੇ ਹੀ ਧਿਆਨ ਲਗਾਉਂਦੇ ਹਾਂ। ਉਹ ਸਾਡਾ ਹਿਰਦਾ ਹੈ, ਨਾ ਕਿ ਕੋਈ ਸੰਸਾਰਿਕ ਥਾਂ। ਕਿਉਂਕਿ ਸੰਸਾਰਿਕ ਥਾਂ 'ਤੇ ਕਿਤੇ ਜਾ ਕੇ ਨਹੀਂ ਬੈਠੀਏ, ਕਿਤੇ ਹੀ, ਲੇਕਿਨ ਜਦੋਂ ਗੁਣ ਗਾਏ ਜਾਂਦੇ ਨੇ, ਕਦੋਂ ਗਾਏ ਜਾਂਦੇ ਨੇ? ਪਹਿਲਾਂ ਉਸ ਮਾਲਕ ਦੇ ਵਿੱਚ ਸਮਾਇਆ ਜਾਂਦਾ ਹੈ, ਉਸ ਦੇ ਵਿੱਚ ਸਮਾ ਕੇ ਗੁਣ ਗਾਉਂਦੇ ਨੇ। ਅਤੇ ਜਿਹੜੇ ਗਾਉਂਦੇ ਨੇ ਅਤੇ ਦੂਜੇ ਸੁਣਦੇ ਨੇ, ਸਾਰੇ ਹੀ ਮੁਕਤ ਹੋ ਜਾਂਦੇ ਨੇ, ਜਿਹੜੇ ਸੁਣ ਕੇ ਮੰਨ ਕੇ ਚਲਦੇ ਨੇ, ਕਮਾਉਂਦੇ ਨੇ। ਕੋ ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ। ਚਾਹੇ ਕੋਈ ਗਾਉਂਦਾ ਹੈ, ਸੁਣਦਾ ਹੈ, ਚਾਹੇ ਕੋਈ ਵਿਚਾਰ ਕਰਦਾ ਹੈ, ਲੇਕਿਨ ਸਾਰੇ ਹੀ ਮੁਕਤ ਹੋ ਜਾਂਦੇ ਨੇ, ਪਾਰ ਹੋ ਜਾਂਦੇ ਨੇ। ਬੇਪਤ ਤਹਾਂ ਜਹਾਂ ਹਰ ਸਿਮਰਨ ਨਾਹੀਂ। ਦੁੱਖ ਕਿੱਥੇ ਆਉਂਦਾ ਹੈ, ਚਿੰਤਾਵਾਂ ਕਿੱਥੇ ਆਉਂਦੀ ਹੈ, ਬਿਪਤਾ ਕਿੱਥੇ ਆਉਂਦੀ ਹੈ ਮਨ ਨੂੰ? ਜਿੱਥੇ ਹਰੀ ਦਾ ਸਿਮਰਨ ਨਹੀਂ ਹੁੰਦਾ। ਕਿਉਂਕਿ ਹਰੀ ਦਾ ਸਿਮਰਨ ਕਿੱਥੇ ਨਹੀਂ? ਤ੍ਰੈ ਗੁਣਾਂ ਦੇ ਵਿੱਚ ਹਰੀ ਦਾ ਸਿਮਰਨ ਨਹੀਂ, ਉੱਥੇ ਬਿਪਤਾ ਹੈ। ਹਰੀ ਦਾ ਸਿਮਰਨ ਕਿੱਥੇ ਹੈ? ਚੌਥੇ ਪਦ ਵਿੱਚ ਹੈ, ਨਿਜ ਮਹਿਲ ਦੇ ਵਿੱਚ ਹੈ, ਉੱਥੇ ਕਦੇ ਬਿਪਤਾ ਨਹੀਂ ਹੈ। ਕੋਟ ਆਨੰਦ ਜਹ ਹਰ ਗੁਣ ਗਾਹੀ। ਵੀ ਜਿੱਥੇ ਬੈਠ ਕੇ ਹਰੀ ਦੇ ਗੁਣ ਗਾਏ ਜਾਂਦੇ ਨੇ, ਉੱਥੇ ਆਨੰਦ ਹੀ ਆਨੰਦ ਹੈ। ਕਰੋੜਾਂ ਆਨੰਦਾਂ ਦਾ ਸੁੱਖ ਹੈ ਉੱਥੇ, ਜਿੱਥੇ ਹਰੀ ਦੇ ਗੁਣ ਗਾਏ ਜਾਂਦੇ ਨੇ। ਸੱਚੇ ਘਰ ਦੇ ਵਿੱਚ, ਜਿੱਥੇ ਸੱਚਾ ਸੋਹਲਾ ਗਾਉਂਦੇ ਹਾਂ। ਕਿੱਥੇ ਗਾਉਂਦੇ ਹਾਂ? ਸੱਚੇ ਘਰ ਵਿੱਚ। ਇਹ ਸਾਚਾ ਸੋਹਲਾ ਸਾਚੇ ਘਰ ਗਾਵੋ। ਸੱਚਾ ਘਰ ਕਿਹੜਾ ਹੈ? ਸਾਡਾ ਸੁਨ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਧ ਸੱਚੇ ਘਰ ਬਾਰਾ। ਇੱਥੇ ਸੰਸਾਰਿਕ ਘਰ ਕੋਈ ਸੱਚਾ ਨਹੀਂ ਹੈ। ਇੱਥੇ ਤਾਂ ਆਪਾਂ ਕੁਝ ਸਮੇਂ ਦੇ ਵਾਸਤੇ ਆਏ ਹਾਂ, ਜਿਸ ਨੂੰ ਆਪਾਂ ਛੱਡ ਜਾਣਾ ਹੈ। ਲੇਕਿਨ ਸਾਡਾ ਸੱਚਾ ਘਰ ਜਿਹੜਾ ਹੈ, ਉਹ ਸਾਡਾ ਨਿਜ ਮਹਿਲ ਹੈ, ਥਿਰ ਘਰ ਹੈ, ਦਸਵਾਂ ਦੁਆਰ ਹੈ। ਉਸ ਘਰ ਦੇ ਵਿੱਚ ਆਪਾਂ ਬੈਠ ਕੇ ਧਿਆਨ ਲਾ ਕੇ, ਉੱਥੇ ਮਨ ਗੁਣ ਗਾਉਂਦਾ ਹੈ। ਉੱਥੇ ਫਿਰ ਆਨੰਦ ਹੀ ਆਨੰਦ ਹੈ। ਕਿਉਂਕਿ ਸਹਿਜ ਨੂੰ, ਸਹਿਜ ਘਰ ਜਿਹਨੂੰ ਆਪਾਂ ਕਹਿੰਦੇ ਹਾਂ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਉੱਥੇ ਆਨੰਦ ਹੈ। ਹਰ ਵਿਸਰਿਆ ਦੁੱਖ ਰੋਗ ਕਨੇਰੇ। ਹਰੀ ਨੂੰ ਵਿਸਰ ਕੇ ਮਨ ਨੂੰ ਦੁੱਖ ਲੱਗਦੇ ਨੇ, ਰੋਗ ਲੱਗਦੇ ਨੇ। ਹਉਮੈ ਦਾ ਰੋਗ ਲੱਗਦਾ ਹੈ, 5 ਇਹ ਅਸਾਧ ਰੋਗ ਲੱਗ ਜਾਂਦੇ ਨੇ। ਇਹ ਜਿਹੜੇ ਰੋਗ ਨੇ ਕਿਉਂ ਲੱਗਦੇ ਨੇ? ਜਦੋਂ ਮਾਲਕ ਤੋਂ ਮਨ ਵਿਛੜਦਾ ਹੈ। ਪ੍ਰਭ ਸੇਵਾ ਜਮ ਲੱਗੈ ਨ ਨੇਰੇ। ਜੇ ਅਸੀਂ ਪ੍ਰਭੂ ਦੀ ਸੇਵਾ ਕਰਦੇ ਹਾਂ, ਫਿਰ ਜਮ ਨੇੜੇ ਨਹੀਂ ਆ ਸਕਦੇ, ਫਿਰ ਮਨ ਨੂੰ ਕੋਈ ਦੁੱਖ ਨਹੀਂ ਲੱਗੇਗਾ। ਜੇ ਵਿਸਰੇ ਹਾਂ, ਫਿਰ ਬਹੁਤ ਸਾਰੇ ਜਨਮ ਮਰਨ ਦਾ ਦੁੱਖ ਲੱਗੇਗਾ, ਜਮਾਂ ਦੀ ਮਾਰ ਪਏਗੀ, ਫਿਰ ਬਹੁਤ ਸਾਰੇ ਦੁੱਖ ਲੱਗਦੇ ਨੇ ਮਨ ਨੂੰ। ਸੋ ਬੜਭਾਗੀ ਨਿਹਚਲ ਥਾਨ, ਜਹ ਜਪੀਐ ਪ੍ਰਭ ਕੇਵਲ ਨਾਮ।
ਸਮਝਾਉਂਦੇ ਨੇ ਕਿ ਉਹ ਬੜਭਾਗੀ ਹੈ, ਉਹ ਨਿਸ਼ਚਲ ਥਾਨ ਹੈ ਜਿੱਥੇ ਬੈਠ ਕੇ ਪ੍ਰਭੂ ਦੇ ਗੁਣ ਗਾਏ ਜਾਂਦੇ ਨੇ। ਅਚਲ ਹੈ, ਸਾਡਾ ਥਿਰ ਘਰ ਜਿਹੜਾ ਹੈ ਨਿਸ਼ਚਲ ਹੈ, ਅਚਲ ਹੈ, ਉੱਥੇ ਬੈਠ ਕੇ ਆਪਾਂ ਗੁਣ ਗਾਉਂਦੇ ਹਾਂ। ਜਹ ਜਪੀਐ ਪ੍ਰਭ ਕੇਵਲ ਨਾਮ, ਜਿੱਥੇ ਸਿਰਫ ਕੇਵਲ ਨਾਮ ਦੀ ਗੱਲ ਕੀਤੀ ਜਾਂਦੀ ਹੈ। ਹੁਣ ਆਪਾਂ ਹਾਲੇ ਵਿਚਾਰ ਕਰਦੇ ਹਾਂ, ਇਸ ਤੋਂ ਬਾਅਦ ਆਪਾਂ ਨਾਮ ਨੂੰ ਧਿਆਉਣਾ ਹੈ, ਆਪਣੇ ਘਰ ਦੇ ਵਿੱਚ ਧਿਆਨ ਲਾਉਣਾ ਹੈ ਸਾਰਿਆਂ ਨੇ। ਤੇ ਉੱਥੇ ਸਮਝਾਉਂਦੇ ਨੇ ਆਪਾਂ ਨੂੰ ਕਿ ਬੜਭਾਗੀ ਜੀਵ ਨੇ ਜਿਹੜੇ ਉੱਥੇ ਉਸ ਨਿਸ਼ਚਲ ਘਰ ਦੇ ਵਿੱਚ ਧਿਆਨ ਲਾਉਂਦੇ ਨੇ, ਉੱਥੇ ਕੇਵਲ ਨਾਮ ਨੂੰ ਧਿਆਉਂਦੇ ਨੇ। ਜਹ ਜਾਈਐ ਤਹ ਨਾਲ ਮੇਰਾ ਸੁਆਮੀ, ਜਿੱਥੇ ਵੀ ਜਾਈਏ, ਜਦੋਂ ਵਾਸਾ ਹੋ ਜਾਂਦਾ ਹੈ ਸਾਡਾ ਥਿਰ ਘਰ ਦੇ ਵਿੱਚ, ਦਸਵਾਂ ਦੁਆਰ ਦਾ ਗਿਆਨ ਹੋ ਜਾਂਦਾ ਹੈ, ਨਿਜ ਮਹਿਲ ਦਾ ਗਿਆਨ ਹੋ ਜਾਂਦਾ ਹੈ, ਫਿਰ ਹਰ ਥਾਂ 'ਤੇ ਸਾਨੂੰ ਮਾਲਕ ਦਿਸਦਾ ਹੈ। ਜਿੱਥੇ ਵੀ ਜਾਈਏ ਉੱਥੇ ਸਾਡੇ ਨਾਲ ਹੈ। ਜਹ ਜਾਈਏ ਤਹ ਨਾਲ ਮੇਰਾ ਸੁਆਮੀ, ਨਾਨਕ ਕੋ ਮਿਲਿਆ ਅੰਤਰਜਾਮੀ। ਜਦੋਂ ਮਿਲ ਜਾਂਦਾ ਹੈ ਆਪਣੇ ਜਨਾਂ ਨੂੰ, ਕਦੋਂ ਮਿਲਦਾ ਹੈ, ਉਸ ਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਨਾਨਕ ਅਵਸਥਾ 'ਤੇ ਜਾਣਾ ਪੈਂਦਾ ਹੈ, ਇੱਕ ਦ੍ਰਿਸ਼ਟ ਹੋਣਾ ਪੈਂਦਾ ਹੈ। ਫਿਰ ਜਦੋਂ ਇੱਕ ਦ੍ਰਿਸ਼ਟ ਹੋ ਕੇ ਫਿਰ ਆਪਾਂ ਪਿਆਰ ਪਾਉਂਦੇ ਹਾਂ, ਬਚਨਾਂ ਨੂੰ ਕਮਾਉਂਦੇ ਹਾਂ, ਸ਼ਰਨ ਦੇ ਵਿੱਚ ਰਹਿੰਦੇ ਹਾਂ, ਸੱਚੇ ਘਰ ਦੇ ਵਿੱਚ ਆਪਾਂ ਵਾਰ-ਵਾਰ ਧਿਆਨ ਲਗਾਉਂਦੇ ਹਾਂ, ਫਿਰ ਉਹ ਅੰਤਰਜਾਮੀ ਮਾਲਕ ਪ੍ਰਗਟ ਹੋ ਕੇ ਸਾਨੂੰ ਮਿਲਦਾ ਹੈ। ਫਿਰ ਸਾਨੂੰ ਇੱਦਾਂ ਲੱਗਦਾ ਵੀ ਸਾਡੇ ਪਿੱਛੇ ਪਿੱਛੇ ਚੱਲਦਾ, ਹਾਲਾਂਕਿ ਉਹ ਹਰ ਥਾਂ 'ਤੇ ਹੈ। ਜਿਵੇਂ ਬਾਬਾ ਕਬੀਰ ਜੀ, ਜਦੋਂ ਉਹ ਧਿਆਉਂਦੇ ਮਨ ਇੰਨਾ ਨਿਰਮਲ ਹੋ ਗਿਆ ਕਿ ਫਿਰ ਉਹਨਾਂ ਨੂੰ ਇੱਦਾਂ ਲੱਗਿਆ ਕਿ ਸਾਡੇ ਪਿੱਛੇ ਪਿੱਛੇ ਆਵਾਜ਼ਾਂ ਦਿੰਦਾ ਫਿਰਦਾ ਹੈ। ਜਿਵੇਂ ਮਾਤਾ ਪਿਤਾ ਬੱਚੇ ਨੂੰ ਆਵਾਜ਼ਾਂ ਮਾਰਦੇ ਫਿਰਦੇ ਨੇ, ਬੱਚੇ ਦੇ ਪਿੱਛੇ ਪਿੱਛੇ ਤੁਰੇ ਫਿਰਦੇ, ਇੱਦਾਂ ਮਾਲਕ ਵੀ ਫਿਰ ਸਾਨੂੰ ਇੱਦਾਂ ਪ੍ਰਤੀਤ ਹੁੰਦਾ ਹੈ ਕਿ ਉਹ ਸਾਡੇ ਪਿੱਛੇ ਪਿੱਛੇ ਚੱਲ ਰਿਹਾ, ਹਾਲਾਂਕਿ ਹਰ ਥਾਂ 'ਤੇ ਹੈ, ਜਿੱਥੇ ਜਾਈਏ ਉੱਥੇ ਹੀ ਹੈ। ਇਸ ਕਰਕੇ ਬਾਬਾ ਕਬੀਰ ਜੀ ਸਮਝਾਉਂਦੇ ਨੇ, ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ, ਪਾਛੇ ਲਾਗਾ ਹਰ ਫਿਰੈ ਕਹਿਤ ਕਬੀਰ ਕਬੀਰ। ਕਿਉਂਕਿ ਹਰ ਥਾਂ ਸਾਨੂੰ ਪ੍ਰਗਟ ਹੋ ਜਾਂਦਾ ਹੈ ਉਸ ਪ੍ਰਭੂ ਦਾ ਜਦੋਂ ਮਿਲਾਪ ਹੋ ਜਾਂਦਾ ਹੈ। ਫਿਰ ਧੰਨਵੰਤ ਹਨ ਉਹ ਘਰ ਵੀ, ਉਹ ਬੜਭਾਗੀ ਨੇ ਜਿਹੜੇ ਉਸ ਘਰ ਦੇ ਵਿੱਚ ਬੈਠ ਕੇ ਉਸ ਪ੍ਰਭੂ ਦੇ ਨਾਮ ਨੂੰ ਗਾਉਂਦੇ ਨੇ, ਉਸ ਪ੍ਰਭੂ ਦੇ ਨਾਮ ਨੂੰ ਸੁਣਦੇ ਨੇ, ਉਸ ਪ੍ਰਭੂ ਦੇ ਨਾਮ ਦੀ ਵਿਚਾਰ ਕਰਦੇ ਨੇ। ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਰਹੋ ਪੰਕਤੀਆਂ ਨੇ। ਸਾਧੂ ਸੰਗ ਸਿਮਰ ਗੋਪਾਲ, ਬਿਨ ਨਾਵੈ ਝੂਠਾ ਤਨ ਮਾਲ। ਸਾਧੂ ਦਾ ਸੰਗ ਕਰਕੇ ਆਪਾਂ ਉਸ ਪ੍ਰਭੂ ਦੇ ਸਿਮਰਨ ਨੂੰ ਦਾ ਗਿਆਨ ਲੈ ਸਕਦੇ ਹਾਂ। ਨਾਮ ਦੀ ਸਾਨੂੰ ਸੋਝੀ ਆਉਂਦੀ ਹੈ, ਕਿਉਂਕਿ ਬਿਨਾਂ ਨਾਮ ਤੋਂ ਜੋ ਹੋਰ ਸਾਰਾ ਕੁਛ ਹੈ ਉਹ ਝੂਠ ਹੈ। ਜਿਹੜਾ ਇੱਥੇ ਦਾ ਧਨ ਮਾਲ ਦੌਲਤ ਜੋ ਵੀ ਹੈ ਸਭ ਇਨਸਨਹਾਰ ਹੈ, ਮਨ ਦੇ ਨਾਲ ਨਹੀਂ ਜਾਣੀ। ਮਨ ਦਾ ਜਿਹੜਾ ਖਜ਼ਾਨਾ ਹੈ ਉਹ ਕੀ ਹੈ? ਨਾਮ। ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ। ਇਹ ਖਰਚ ਅਖੁੱਟ ਹੈ, ਗੁਰਮੁਖ ਨਿਭੈ ਨਾਲ। ਇਹ ਅਖੁੱਟ ਖਰਚ ਹੈ ਜਿਹੜਾ ਨਾਲ ਨਿਭਣਾ ਹੈ। ਇਹ ਸਾਨੂੰ ਸੋਝੀ ਕਿੱਥੋਂ ਆਉਂਦੀ ਹੈ? ਸਾਧੂ ਜਨਾਂ ਦਾ ਸੰਗ ਕਰਨ ਦੇ ਨਾਲ, ਕਿ ਉੱਥੋਂ ਪਤਾ ਚੱਲਦਾ ਕਿਵੇਂ ਆਪਾਂ ਪ੍ਰਭੂ ਨੂੰ, ਗੋਪਾਲ ਨੂੰ ਸਿਮਰਨਾ ਹੈ। ਕਿਉਂਕਿ ਉਹ ਆਪ ਸਿਮਰਦੇ ਨੇ, ਉਹਨਾਂ ਦੇ ਹਿਰਦੇ ਦੇ ਵਿੱਚ ਅਵਸਥਾ ਹੈ, ਉਹਨਾਂ ਦੀ ਰਸਨਾ ਤੋਂ ਆਪ ਬੋਲਦਾ ਹੈ। ਇਸ ਕਰਕੇ ਸਾਨੂੰ ਸਮਝਾਉਂਦੇ ਨੇ, ਪ੍ਰਭੂ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ।
ਸਾਧੂ ਸੰਗ ਸਿਮਰ ਗੋਪਾਲ, ਬਿਨ ਨਾਵੈ ਝੂਠਾ ਧਨ ਮਾਲ। ਇਹ ਰਹੋ ਪੰਕਤੀਆਂ ਨੇ ਇਸ ਸ਼ਬਦ ਦੀਆਂ। ਜੋ ਸ਼ਬਦ ਸ਼ੁਰੂ ਕਰਦੇ ਹਾਂ। ਜੋ ਪ੍ਰਾਨੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਦੋਂ ਸਾਧੂ ਜਨਾਂ ਦਾ ਸੰਗ ਕਰਦੇ ਹਾਂ, ਸਾਧੂ ਜਨ ਸਾਨੂੰ ਧਿਆਉਣ ਦਾ ਮਾਰਗ ਦੱਸਦੇ ਨੇ, ਕਿਉਂਕਿ ਪ੍ਰਭੂ ਧਿਆਉਣ ਦੇ ਵਿੱਚ ਹੈ। ਉਹ ਸਾਨੂੰ ਜੁਗਤੀ ਦੱਸਦੇ ਨੇ, ਉਹ ਮਨ ਦੀ ਜੋਤ ਪ੍ਰਗਟ ਕਰਕੇ ਦੱਸਦੇ ਨੇ ਕਿਵੇਂ ਆਪਾਂ ਆਪਣੇ ਆਪ ਨੂੰ ਜਾਣਨਾ ਹੈ, ਕਿਵੇਂ ਉਸ ਪ੍ਰਭੂ ਨੂੰ ਧਿਆਉਣਾ ਹੈ। ਕਿਉਂਕਿ ਆਪਾਂ ਇਸ ਸੰਸਾਰ 'ਚ ਭੁੱਲੇ ਹਾਂ। ਜਿਵੇਂ ਕੋਈ ਪ੍ਰਾਣੀ ਜੰਗਲ ਦੇ ਵਿੱਚ ਜਾ ਕੇ ਰਸਤਾ ਭੁੱਲ ਜਾਵੇ, ਇੱਦਾਂ ਹੀ ਸਾਡਾ ਮਨ ਇਸ ਸੰਸਾਰ ਦੇ ਵਿੱਚ ਆ ਕੇ ਪ੍ਰਭੂ ਦੇ ਘਰ ਦਾ ਰਸਤਾ, ਆਪਣੇ ਘਰ ਦਾ ਰਸਤਾ ਭੁੱਲ ਗਿਆ ਹੈ। ਅਤੇ ਫਿਰ ਸਾਧੂ ਜਨਾਂ ਦਾ ਸੰਗ ਕਰਾਂਗੇ, ਫਿਰ ਸਾਨੂੰ ਰਸਤਾ ਦੱਸਦੇ ਨੇ, ਮਨ ਦੀ ਪਹਿਚਾਣ ਕਰਵਾਉਂਦੇ ਨੇ, ਜਿਸ ਨੂੰ ਆਪਾਂ ਪੜ੍ਹਦੇ ਸੁਖਮਨੀ ਸਾਹਿਬ ਦੇ ਵਿੱਚ। ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿਨ ਸੰਤਨ ਕੀ ਬਾਛੂ ਧੂਰ, ਨਾਨਕ ਕੀ ਹਰ ਲੋਚਾ ਪੂਰ। ਇਸ ਕਰਕੇ ਫਿਰ ਸਮਝਾਉਂਦੇ ਨੇ ਵੀ ਜਦੋਂ ਆਪਾਂ ਉਹਨਾਂ ਦਾ ਸੰਗ ਕਰਦੇ, ਉਹ ਸਾਨੂੰ ਧਿਆਉਣ ਦਾ ਮਾਰਗ ਦੱਸਦੇ ਨੇ। ਗੋਬਿੰਦ ਗੁਰ ਹੈ। ਅਤੇ ਜੋ ਪ੍ਰਾਣੀ ਫਿਰ ਧਿਆਉਂਦਾ ਹੈ, ਚਾਹੇ ਪੜ੍ਹਿਆ ਹੈ ਚਾਹੇ ਅਨਪੜ੍ਹ ਹੈ, ਉਸ ਨੂੰ ਪਰਮਗਤ ਪ੍ਰਾਪਤ ਹੁੰਦੀ ਹੈ, ਕਿਉਂਕਿ ਧਿਆਉਣ ਦਾ ਮਾਰਗ ਹੈ, ਪ੍ਰਭੂ ਧਿਆਉਣ ਦੇ ਵਿੱਚ ਹੈ। ਰੂਪਵੰਤ ਸੋ ਚਤੁਰ ਸਿਆਣਾ, ਉਹੀ ਰੂਪਵੰਤ ਹੈ, ਉਹੀ ਸੋਹਣਾ ਹੈ, ਉਹੀ ਸਿਆਣਾ ਹੈ, ਉਹੀ ਸੋਝੀ ਵਾਲਾ ਹੈ, ਬੁੱਧੀ ਵਾਲਾ ਹੈ। ਕੌਣ ਹੈ ਉਹ? ਜਿਨ ਜਨ ਮਾਨਿਆ ਪ੍ਰਭੂ ਕਾ ਭਾਣਾ। ਜਿਹੜਾ ਜਨ ਪ੍ਰਭੂ ਦੇ ਭਾਣੇ ਨੂੰ ਮੰਨਦਾ ਹੈ, ਪ੍ਰਭੂ ਦੇ ਹੁਕਮ ਨੂੰ ਮੰਨਦਾ ਹੈ। ਪ੍ਰਭੂ ਦਾ ਹੁਕਮ ਕੀ ਹੈ? ਸਾਧੂ ਜਨਾਂ ਦਾ ਬਚਨ। ਗੁਰ, ਜਿਹੜੇ ਜੀਵ ਗੁਰ ਨੂੰ ਮੰਨਦੇ ਨੇ, ਹੁਕਮ ਮੰਨਿਓ ਗੁਰੂ ਕੇਰਾ। ਜਿਹੜੇ ਉਸ ਗੁਰ ਬਚਨ ਨੂੰ ਮੰਨਦੇ ਨੇ, ਉਹ ਪ੍ਰਭੂ ਦੇ ਭਾਣੇ ਨੂੰ ਮੰਨਦੇ ਨੇ, ਉਹੀ ਫਿਰ ਸਿਆਣਾ ਹੈ, ਉਹੀ ਚਤੁਰ ਹੈ, ਉਹੀ ਸੋਹਣਾ ਹੈ। ਜਗ ਮੈਂ ਆਇਆ ਸੋ ਪ੍ਰਵਾਨ। ਜਗ ਦੇ ਵਿੱਚ ਆਇਆ ਉਹ ਪ੍ਰਵਾਨ ਹੈ। ਘਟ ਘਟ ਆਪਣਾ ਸੁਆਮੀ ਜਾਣ। ਜਿਸ ਨੇ ਘਟ ਘਟ ਦੇ ਵਿੱਚ ਉਸ ਮਾਲਿਕ ਨੂੰ ਜਾਣ ਲਿਆ ਹੈ। ਜਦੋਂ ਆਪਣੇ ਆਪ ਨੂੰ ਪਹਿਚਾਣ ਲਿਆ, ਆਪਣੇ ਅੰਦਰ ਮਾਲਿਕ ਨੂੰ ਦੇਖ ਲਿਆ, ਸਾਨੂੰ ਘਟ ਘਟ ਦੇ ਵਿੱਚ ਉਸ ਦਾ ਪਤਾ ਚੱਲ ਜਾਂਦਾ ਹੈ। ਦੂਜੇ ਦੇ ਵੀ, ਉਸ ਦੇ ਵੀ ਕਿੱਥੇ ਬੈਠਾ ਹੈ। ਹਰ ਇੱਕ ਦੇ 10ਵੇਂ ਦੁਆਰ ਦੀ ਸਾਨੂੰ ਸੋਝੀ ਆ ਜਾਂਦੀ, ਨਿਜ ਮਹਿਲ ਦੀ, ਅਤੇ ਅਸੀਂ ਦੇਖ ਲੈਂਦੇ, ਪਹਿਚਾਣ ਲੈਂਦੇ ਹਾਂ, ਕਿਉਂਕਿ ਘਟ ਘਟ ਦੇ ਵਿੱਚ ਵਸਦਾ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹੋ ਪੁਕਾਰ, ਕਹੋ ਨਾਨਕ ਤੇ ਭਜ ਮਨਾ, ਪਉ ਨਿਧ ਉਤਰੈ ਪਰ। ਕਹੋ ਨਾਨਕ ਜਾ ਕੈ ਪੂਰਨ ਭਾਗ, ਹਰ ਚਰਨੀ ਤਾਕਾ ਮਨ ਲਾਗ। ਪਰ ਮਹਾਰਾਜ ਸਮਝਾਉਂਦੇ ਨੇ ਕਿ ਜਿਸ ਜੀਵ ਦੇ ਪੂਰੇ ਭਾਗ ਨੇ, ਉਹਨਾਂ ਦਾ ਮਨ ਜਾ ਕੇ ਹਰੀ ਦੇ ਚਰਨਾਂ ਦੇ ਨਾਲ ਲੱਗਦਾ ਹੈ। ਪਹਿਲਾਂ ਗੁਰ ਦੇ ਚਰਨ, ਗੁਰ ਦੇ ਚਰਨਾਂ ਦੁਆਰਾ ਫਿਰ ਨਾਮ ਪ੍ਰਾਪਤ ਹੋਣਾ ਹੈ। ਨਾਮ ਨੂੰ ਤਿਆਗ ਕੇ ਫਿਰ ਹਰੀ ਦੇ ਚਰਨਾਂ ਦੇ ਵਿੱਚ ਮਨ ਜੁੜਦਾ ਹੈ। ਗੁਰ ਦਾ ਭਾਣਾ ਉਸ ਨੂੰ, ਜੀਵ ਨੂੰ ਮਿੱਠਾ ਲੱਗਦਾ ਹੈ, ਜਿਹਦੇ ਕਰਮ ਹੋਣ, ਜਿਹਦੇ ਭਾਗ ਹੋਣ ਪੂਰੇ। ਨਹੀਂ ਤਾਂ ਜੀਵ ਗਿਆਨ ਲੈ ਕੇ ਵੀ ਕਮਾ ਨਹੀਂ ਸਕਦਾ, ਕਿਉਂਕਿ ਹਰੀ ਦੇ ਚਰਨ ਕੀ ਹੈ? ਗੁਰ ਦਾ ਗਿਆਨ, ਨਾਮ। ਉਹਨਾਂ ਜੀਵਾਂ ਦਾ ਮਨ ਇਹਦੇ ਵਿੱਚ ਲੱਗਦਾ ਹੈ, ਉਸ ਦੇ ਭਾਣੇ ਨੂੰ ਮੰਨਦੇ ਨੇ, ਜਿਹਨਾਂ ਦੇ ਪੂਰਨ ਭਾਗ ਨੇ, ਜਿਨ੍ਹਾਂ 'ਤੇ ਪ੍ਰਭੂ ਖੁਸ਼ ਹੈ। ਨਹੀਂ ਤਾਂ ਸੁਣ ਕੇ ਵੀ ਜੀਵ ਮੁੱਕਰ ਜਾਂਦੇ ਨੇ। ਕੇਤੇ ਲੈ ਲੈ ਮੁੱਕਰ ਪਾਹੇ। ਕਿੰਨੇ ਲੈ ਲੈ ਕੇ ਮੁੱਕਰ ਜਾਂਦੇ ਨੇ। ਸੋ ਆਓ ਹੁਣ ਆਪਾਂ ਨਾਲ ਨਾਲ ਅਭਿਆਸ ਕਰੀਏ। ਪਹਿਲਾਂ ਆਪਾਂ ਜੁਗਤੀ ਲਾਵਾਂਗੇ। ਕਿਵੇਂ ਲਾਉਣੀ ਹੈ ਕਿ ਜਿਹੜੇ ਕੋਈ ਨਵੇਂ ਜੀਵ ਨੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵਾਂ ਜੀਵ ਜੁੜਦਾ ਹੈ, ਜਿਹੜਾ ਗਿਆਨ ਲੈਂਦਾ ਹੈ।
ਆਪਾਂ ਕਿਵੇਂ ਕਰਨਾ ਹੈ? ਜੋ ਸਾਡੇ ਦੋ ਨੇਤਰ ਨੇ, ਦੋਨਾਂ ਨੇਤਰਾਂ ਨੂੰ ਪਹਿਲਾਂ ਇਸ ਪੁਆਇੰਟ 'ਤੇ ਸਮ ਕਰਨਾ ਹੈ, ਇੱਥੇ ਫੋਕਸ ਕਰਨਾ ਹੈ ਦ੍ਰਿਸ਼ਟੀ ਨੂੰ। ਕਿਉਂਕਿ ਜਿਹੜਾ ਗਿਆਨ ਆਪਾਂ ਕਿੱਥੇ ਪਾਉਣਾ ਹੈ? ਨੇਤਰਾਂ ਦੇ ਵਿੱਚ। ਨੇਤਰਾਂ ਦੇ ਵਿੱਚ ਗਿਆਨ ਕੀ ਹੈ ਕਿ ਕਿਵੇਂ ਆਪਾਂ ਨੇਤਰਾਂ ਦੁਆਰਾ ਇੱਕ ਦ੍ਰਿਸ਼ਟ ਹੋਣਾ ਹੈ, ਕਿਵੇਂ ਆਪਾਂ ਉਸ ਨੂੰ ਖੋਜਣਾ ਹੈ, ਕਿਵੇਂ ਪਹਿਚਾਨਣਾ ਹੈ। ਇਸ ਕਰਕੇ ਸਾਰਾ ਆਪਾਂ ਜਿਹੜਾ ਗਿਆਨ ਕਿੱਥੇ ਪਾਉਂਦੇ ਹਾਂ? ਨੇਤਰਾਂ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਦੇਖਣਾ ਹੈ, ਦ੍ਰਿਸ਼ਟੀ ਨੂੰ ਇੱਥੇ ਫੋਕਸ ਕਰਨਾ ਹੈ। ਇੱਥੇ ਆ ਕੇ ਆਪਾਂ ਆਪਣੇ ਆਪ ਨੂੰ ਥੋੜ੍ਹਾ ਪਰਖਣਾ ਹੈ ਕਿ ਮਨ ਦੀ ਕੀ ਅਵਸਥਾ ਹੈ। ਮਨ ਇੱਕ ਦ੍ਰਿਸ਼ਟ ਹੈ ਕਿ ਦੋ ਦ੍ਰਿਸ਼ਟੀ ਦੇ ਵਿੱਚ ਹੈ? ਸਾਡੀ ਜੋਤ ਇੱਕ ਦ੍ਰਿਸ਼ਟ ਹੈ ਕਿ ਦੋ ਦ੍ਰਿਸ਼ਟ ਹੈ? ਜਦੋਂ ਇੱਥੇ ਦੇਖਾਂਗੇ, ਜੇ ਨੱਕ ਦਿਸਦਾ ਹੈ, ਫਿਰ ਅਸੀਂ ਦੋ ਜੋਤਾਂ ਦੇ ਵਿੱਚ ਮਨ, ਦੋ ਦ੍ਰਿਸ਼ਟੀ ਹੈ। ਜੇ ਨਹੀਂ ਦਿਸਦਾ, ਫਿਰ ਇੱਕ ਦ੍ਰਿਸ਼ਟ ਹਾਂ। ਫਿਰ ਜੇ ਦੋ ਦ੍ਰਿਸ਼ਟੀ ਹੈ, ਜੇ ਦਿਸਦਾ ਹੈ, ਫਿਰ ਆਪਾਂ ਇਹ ਦੇਖਣਾ ਕਿਸ ਪਾਸਿਓਂ ਦਿਸਦਾ, ਸੱਜੇ, ਖੱਬੇ ਜਾਂ ਵਿਚਾਲੇ। ਕਿਉਂਕਿ ਸੱਜੇ ਤਮੋਗੁਣ ਹੈ, ਖੱਬੇ ਰਜੋਗੁਣ ਅਤੇ ਵਿਚਾਲੇ ਸਤੋਗੁਣ ਹੈ। ਫਿਰ ਆਪਾਂ ਉਹ ਜਾਣਨਾ ਹੈ। ਉਸ ਤੋਂ ਬਾਅਦ ਇੱਥੇ ਦੇਖ ਕੇ ਪਹਿਲਾਂ ਇਹ ਪਰਖਾਂਗੇ। ਉਸ ਤੋਂ ਬਾਅਦ ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਪੂਰੇ ਵਿਸ਼ਵਾਸ ਦੇ ਨਾਲ ਆਪਾਂ ਇਹ ਅਭਿਆਸ ਕਰਨਾ ਹੈ, ਧਿਆਨ ਸਾਹਮਣੇ ਲੈ ਜਾਣਾ, ਸਾਹਮਣੇ ਦੇਖਣਾ ਸ਼ੁਰੂ ਕਰਨਾ ਹੈ। ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਕੀ ਕਰਾਂਗੇ? ਪਲਕਾਂ ਉੱਤੇ ਚੁੱਕ ਦਾਂਗੇ। ਇੱਧਰੋਂ ਇੱਦਾਂ ਆ ਕੇ ਆਪਾਂ ਧਿਆਨ ਇਸ ਪਾਸੇ ਨੂੰ ਲੈ ਕੇ ਜਾਣਾ, ਇਹਨੂੰ ਕਹਿੰਦੇ ਅੰਤਰ ਜਾਣਾ। ਇੱਧਰ ਆਪਾਂ ਬਾਹਰ ਚੱਲਦੇ ਹਾਂ, ਇਸ ਰਸਤੇ ਨੂੰ ਆਪਾਂ ਅੰਦਰ ਜਾਂਦੇ ਹਾਂ। ਪਲਕਾਂ ਉੱਤੇ ਚੁੱਕ ਦੇਣੀਆਂ ਨੇ। ਫਿਰ ਜਦੋਂ ਕਵਾਂਗੇ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗੇ ਸਮ ਕਰਕੇ ਦੇਖੋ, ਫਿਰ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਟਿਕਾ ਕੇ ਫਿਰ ਆਪਾਂ ਦੇਖਣਾ ਹੈ। ਜੇ ਕੋਈ ਨਵਾਂ ਜੀਵ ਹੈ ਜਿਸ ਨੂੰ ਨੱਕ ਦਿਸਦਾ ਹੈ, ਫਿਰ ਉਸਨੇ ਦੁਬਾਰਾ ਆ ਕੇ ਦੇਖਣਾ ਹੈ। ਜੇ ਇੱਕ ਦ੍ਰਿਸ਼ਟ ਹੋ ਗਿਆ, ਫਿਰ ਉਸ ਨੂੰ ਆਪਣਾ ਨੱਕ ਨਜ਼ਰ ਨਹੀਂ ਆਏਗਾ। ਫਿਰ ਅੱਗੇ ਆਪਾਂ ਧਿਆਨ ਲਾਵਾਂਗੇ ਨੀਚੇ, ਜਿਵੇਂ ਜਿਵੇਂ ਚੱਲਾਂਗੇ, ਕਵਾਂਗੇ ਉਵੇਂ ਉਵੇਂ ਆਪਾਂ ਧਿਆਨ ਲਗਾਉਣਾ ਹੈ। ਸੋ ਆਓ ਪਹਿਲਾਂ ਨੇਤਰ ਸਮ ਕਰਕੇ ਦ੍ਰਿਸ਼ਟੀ ਨੂੰ ਇਸ ਪੁਆਇੰਟ 'ਤੇ ਫੋਕਸ ਕਰਕੇ ਆਪਣੇ ਆਪ ਨੂੰ ਥੋੜ੍ਹਾ ਦੇਖੋ, ਪਰਖੋ, ਜਾਣੋ। ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦੋ। फिर सामने लेके आओ। फिर सम करके देखो अपने आप ਨੂੰ। फिर नक ते टिका के ध्यान ਦੋਨਾਂ दृष्टि ਨੂੰ ਇੱਥੇ ਫੋਕਸ ਕਰਕੇ फिर देखो अपने आप ਨੂੰ।
ਆਪਣੇ ਪ੍ਰਕਾਸ਼ ਰੂਪ ਨੂੰ ਦੇਖੋ। ਖੱਬੇ ਪਾਸੇ ਸਾਨੂੰ ਪ੍ਰਕਾਸ਼ ਨੱਕ ਚਮਕਣਾ ਸ਼ੁਰੂ ਹੋ ਜਾਏਗਾ। ਜਿਹੜੇ ਨਵੇਂ ਜੀਵ ਨੇ, ਜਿਹੜੇ ਪਹਿਲਾਂ ਦੇ ਅਭਿਆਸ ਕਰਦੇ ਨੇ, ਉਹਨਾਂ ਨੂੰ ਆਪਣਾ ਫੇਸ ਵੀ ਸਾਰਾ ਪ੍ਰਕਾਸ਼ ਦਿਸਣਾ ਸ਼ੁਰੂ ਹੋ ਜਾਏਗਾ। ਸਾਰਾ ਮੁਖ ਉਜਲ ਹੋ ਜਾਏਗਾ। ਜੇ ਕੋਈ ਨਵਾਂ ਹੈ ਜਿਸ ਨੂੰ ਦਿਸਦਾ ਸੀ ਨੱਕ ਪਹਿਲਾਂ, ਉਸਨੇ ਦੇਖਣਾ ਕਿ ਦਿਸ ਨੂੰ ਹਟਿਆ। ਜੇ ਦਿਸ ਨੂੰ ਹਟ ਗਿਆ ਤੇ ਉਹ ਇੱਕ ਦ੍ਰਿਸ਼ਟ ਹੋ ਗਿਆ। ਨੀਚੇ ਲੈ ਜੋ ਧਿਆਨ ਹੁਣ ਬਿਲਕੁਲ ਰਿਲੈਕਸ। ਜਿੱਥੇ ਆਪਾਂ ਬੈਠੇ, ਜੋ ਥੱਲੇ ਵਿਛਿਆ ਹੈ ਚਾਦਰ ਜੋ ਵੀ ਹੈ, ਉਸ ਤੋਂ ਥੋੜ੍ਹਾ ਉੱਤੇ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਜਿਹੜੀ ਸਪੇਸ ਹੈ, ਜੋ ਖਾਲੀ ਖਲਾ ਹੈ, ਨਿਰਾਕਾਰ ਹੈ, ਨਿਰਾਕਾਰ ਦੇ ਵਿੱਚ ਆਪਾਂ ਦੇਖਣਾ ਸ਼ੁਰੂ ਕਰਨਾ ਹੈ। ਅਤੇ ਇੱਥੇ ਸਾਨੂੰ ਪ੍ਰਕਾਸ਼ ਅਨੁਭਵ ਹੋਣਾ ਸ਼ੁਰੂ ਹੋ ਜਾਏਗਾ। ਫਿਰ ਸਮ ਕਰਕੇ ਆਪਣੇ ਆਪ ਨੂੰ ਦੇਖੀਏ। ਨੇਤਰ ਸਮ ਕਰਕੇ ਫਿਰ ਆਪਣੇ ਫੇਸ ਨੂੰ ਦੇਖਣਾ, ਆਪਣੇ ਆਪ ਨੂੰ ਦੇਖਣਾ ਹੈ। फिर नीचे ले जो ध्यान।
और सामने लेके आओ ध्यान। मस्तक दे सामने लै जाओ ध्यान, पलकां उत्ते चुक दो। और सामने लेके आइए ध्यान।
नीचे लाए जो ध्यान। और सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਤਰੀਕੇ ਦੇ ਨਾਲ ਆਪਾਂ ਅਭਿਆਸ ਕਰਨਾ ਹੈ, ਨੇੜੇ ਦੇਖਣਾ ਹੈ ਇੱਕ ਦ੍ਰਿਸ਼ਟ ਹੋ ਕੇ, ਤੇ ਇੱਥੇ ਸਾਨੂੰ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ। ਕਿਉਂਕਿ ਹਰ ਥਾਂ 'ਤੇ ਹੈ, ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਪਰਮੇਸ਼ਰ ਨਹੀਂ ਹੈ, ਉਸ ਦਾ ਨਾਮ ਨਹੀਂ ਹੈ। ਤੇ ਸਾਨੂੰ ਪਾਲਣਹਾਰ ਹੈ, ਹਰ ਸਮੇਂ ਸਾਡੇ ਪੈਰੇ 'ਤੇ ਹੈ, ਚਾਹੇ ਅਸੀਂ ਸੁੱਤੇ ਹਾਂ ਚਾਹੇ ਜਾਗਦੇ ਹਾਂ, ਹਰ ਸਮੇਂ ਸਾਨੂੰ ਪਾਲ ਰਿਹਾ ਹੈ। ਉਨਾ ਚਿਰ ਪਾਲਦਾ ਹੈ ਜਿੰਨਾ ਚਿਰ ਸਾਨੂੰ ਇਹ ਸਮਾਂ ਦਿੱਤਾ ਹੈ। ਇਸ ਸਮੇਂ ਦੇ ਵਿੱਚ ਆਪਾਂ ਜਿਸ ਕਾਰਜ ਨੂੰ ਆਏ ਹਾਂ ਉਸ ਕਾਰਜ ਨੂੰ ਪੂਰਾ ਕਰਨਾ ਹੈ। ਜਿਨ੍ਹਾਂ ਆਪਣਾ ਕਾਰਜ ਪੂਰਾ ਕਰ ਲਿਆ ਤੇ ਉਹ ਆਪਣੇ ਜੀਵਨ ਨੂੰ ਜਿੱਤ ਕੇ ਜਾਂਦੇ ਨੇ, ਲਾਹਾ ਖੱਟ ਕੇ ਜਾਂਦੇ ਨੇ, ਤੇ ਉਹਨਾਂ ਨੂੰ ਗੁਰਬਾਣੀ ਭਲੇ ਵਣਜਾਰੇ ਕਹਿੰਦੀ ਹੈ। ਤੇ ਦੂਜੇ ਜੀਵ ਆਪਣਾ ਜੀਵਨ ਹਾਰ ਕੇ ਜਾਂਦੇ ਨੇ। ਗੁਰਮੁਖ ਲਾਹਾ ਲੈ ਚੱਲੇ, ਮਨਮੁਖ ਚੱਲੇ ਮੂਲ ਗਵਾਏ ਜਿਉ। ਗੁਰਮੁਖ ਲਾਹਾ ਲੈ ਕੇ ਜਾਂਦੇ ਨੇ ਤੇ ਮਨਮੁਖ ਆਪਣਾ ਮੂਲ ਗਵਾ ਕੇ ਚਲੇ ਜਾਂਦੇ ਨੇ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਅੱਖਰ ਵੱਧ ਘੱਟ, ਕੋਈ ਸ਼ਬਦ ਉੱਧਰ ਉੱਧਰ ਬੋਲਿਆ ਜਾਂਦਾ ਹੈ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ, ਕਿਉਂਕਿ ਇਨਸਾਨ ਹੈ, ਇਨਸਾਨ ਭੁੱਲਣ ਦੇ ਵਿੱਚ ਹੈ ਤੇ ਆਪ ਮਾਲਕ ਭੁੱਲ ਹੈ। ਸੋ ਹੋਈਆਂ ਭੁੱਲਾਂ ਦੀ क्षमा ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।